ਮੇਰਾ ਪਤੀ ਆਫਿਸ ਤੋਂ ਆਇਆ ਤੇ ਖਾਣੇ ਦੇ ਲਈ ਚੀਕ ਰਿਹਾ ਸੀ। ਉਸ ਨੂੰ ਬਹੁਤ ਭੁੱਖ ਲੱਗੀ ਸੀ। ਜਦ ਕਿ ਮੈਂ ਆਪਣੇ ਬੇਟੇ ਦੇ ਲਈ ਦੁੱਧ ਠੰਡਾ ਕਰ ਰਹੀ ਸੀ। ਮੇਰਾ 1 ਸਾਲ ਦਾ ਬੇਟਾ ਰੋਹਿਤ ਵੀ ਭੁੱਖ ਨਾਲ ਰੋ ਰਿਹਾ ਸੀ। ਮੈਂ ਜਲਦੀ ਨਾਲ ਉਸ ਨੂੰ ਦੁੱਧ ਗਰਮ ਕਰਕੇ ਬੋਤਲ ਉਸ ਦੇ ਮੂੰਹ ਨੂੰ ਲਗਾਈ ਅਤੇ ਜਲਦੀ ਨਾਲ ਪਤੀ ਦੇ ਲਈ ਖਾਣਾ ਲੈਣ ਰਸੋਈ ਵਿੱਚ ਚਲੇ ਗਈ। ਮੈਂ ਖਾਣਾ ਪਲੇਟ ਵਿੱਚ ਰੱਖਿਆ ਤੇ ਕਮਰੇ ਦੇ ਵੱਲ ਚੱਲ ਪਈ, ਪਰ ਕਮਰੇ ਵਿੱਚ ਪੈਰ ਰੱਖਦੇ ਹੀ ਮੇਰੇ ਹੋਸ਼ ਉੱਡ ਗਏ। ਮੈਨੂੰ ਐਦਾਂ ਲੱਗਿਆ ਜਿੱਦਾਂ ਮੇਰੀ ਕਿਸੇ ਨੇ ਜਾਨ ਕੱਢ ਦਿੱਤੀ ਹੋਵੇ। ਮੇਰੇ ਬੇਟੇ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਅਤੇ ਉਹ ਬੇਸੁੱਧ ਪਿਆ ਸੀ। ਮੇਰੀ ਸੱਸ ਉਸਦੇ ਹੱਥ ਪੈਰ ਮਲ ਰਹੀ ਸੀ ਅਤੇ ਚੀਕ-ਚੀਕ ਕੇ ਕਹਿ ਰਹੀ ਸੀ, ਕਮਬਖ਼ਤ ਨੇ ਦੁੱਧ ਵਿੱਚ ਪਤਾ ਨਹੀਂ ਕੀ ਮਿਲਾ ਕੇ ਪਿਲਾ ਦਿੱਤਾ ਜੋ ਉਸਦੀ ਇਹ ਹਾਲਤ ਹੋ ਗਈ। ਮੇਰੀ ਸੱਸ ਉੱਚੀ-ਉੱਚੀ ਰੋ ਰਹੀ ਸੀ। ਮੈਂ ਭੱਜ ਕੇ ਆਪਣੇ ਬੇਟੇ ਦੇ ਕੋਲ ਪਹੁੰਚੀ। ਅਗਲੇ ਹੀ ਪਲ ਮੇਰੀਆਂ ਚੀਕਾਂ ਬੁਲੰਦ ਹੋ ਗਈਆਂ। ਮੇਰੇ ਬੇਟੇ ਦਾ ਸਾਰਾ ਜਿਸਮ ਨੀਲਾ ਪੈ ਰਿਹਾ ਸੀ ਅਤੇ ਉਸਦੇ ਮੂੰਹ ਵਿੱਚੋਂ ਚਿੱਟੀ ਝੱਗ ਨਿਕਲ ਰਹੀ ਸੀ। ਮੇਰਾ ਪਤੀ ਉਸ ਨੂੰ ਚੁੱਕ ਕੇ ਡਾਕਟਰ ਦੇ ਕੋਲ ਲਿਜਾਣ ਹੀ ਲੱਗਾ ਸੀ ਕਿ ਮੇਰਾ ਬੇਟਾ ਉੱਥੇ ਹੀ ਦਮ ਤੋੜ ਗਿਆ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਪਲਟ ਗਈਆਂ ਸਨ। 2 ਮਿੰਟ ਦੇ ਵਿੱਚ ਹੀ ਮੇਰੀ ਦੁਨੀਆ ਵੀਰਾਨ ਹੋ ਗਈ ਸੀ। ਮੇਰਾ ਬੇਟਾ ਮੈਨੂੰ ਛੱਡ ਕੇ ਇਸ ਦੁਨੀਆ ਵਿੱਚੋਂ ਜਾ ਚੁੱਕਿਆ ਸੀ। ਮੇਰੀ ਸਾਰੀ ਦੁਨੀਆ ਮੇਰਾ ਬੇਟਾ ਹੀ ਸੀ। ਉਸ ਦੀ ਇਸ ਤਰ੍ਹਾਂ ਅਚਾਨਕ ਮੌਤ ਨੇ ਮੈਨੂੰ ਪਾਗਲ ਬਣਾ ਦਿੱਤਾ ਸੀ। ਮੈਂ ਬਿਲਕੁਲ ਖਾਲੀ ਹੱਥ ਰਹਿ ਗਈ ਸੀ। ਸਾਡੇ ਘਰ ਦਾ ਰੌਲਾ ਸੁਣ ਕੇ ਸਾਡੇ ਆਂਢ ਗੁਆਂਢ ਵੀ ਸਾਡੇ ਘਰ ਆ ਗਏ ਸੀ ਅਤੇ ਅੱਗੇ ਦਾ ਮੰਜ਼ਰ ਦੇਖ ਕੇ ਉਹ ਸਭ ਵੀ ਬੁੱਤ ਬਣ ਕੇ ਖੜੇ ਰਹਿ ਗਏ ਸੀ। ਅਚਾਨਕ ਮੈਨੂੰ ਆਪਣੇ ਆਸ-ਪਾਸ ਘੁੱਟਣ ਦਾ ਅਹਿਸਾਸ ਹੋਇਆ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ। ਮੈਨੂੰ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਘੁੰਮਦੀਆਂ ਹੋਈਆਂ ਮਹਿਸੂਸ ਹੋਈਆਂ। ਅਗਲੇ ਹੀ ਪਲ ਮੈਂ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਖੁਦ ਨੂੰ ਆਪਣੇ ਕਮਰੇ ਵਿੱਚ ਪਾਇਆ। ਮੇਰਾ ਸਿਰ ਅਜੇ ਤੱਕ ਵੀ ਭਾਰੀ ਸੀ। ਮੈਂ ਨਾਸਮਝੀ ਨਾਲ ਇੱਧਰ-ਉੱਧਰ ਦੇਖਿਆ ਤਾਂ ਮੇਰੀ ਨਜ਼ਰ ਮੇਰੇ ਬੇਟੇ ਦੀ ਮਈਅਤ 'ਤੇ ਪਈ। ਮੈਂ ਜਲਦੀ ਨਾਲ ਉੱਠ ਕੇ ਬਾਹਰ ਭੱਜੀ। ਸਵੇਰ ਹੋ ਚੁੱਕੀ ਸੀ। ਮੈਂ ਪੂਰੀ ਰਾਤ ਬੇਹੋਸ਼ ਰਹੀ ਸੀ। ਮੇਰੇ ਬੇਟੇ ਦਾ ਜਨਾਜ਼ਾ ਵਿਹੜੇ ਵਿੱਚ ਪਿਆ ਸੀ ਅਤੇ ਮੇਰੀ ਸੱਸ ਉਸਦੀ ਚਾਰਪਾਈ ਨਾਲ ਲੱਗ ਕੇ ਬੈਠੀ ਸੀ। ਉਸ ਦੀਆਂ ਅੱਖਾਂ ਦੇਖ ਕੇ ਲੱਗਦਾ ਸੀ ਕਿ ਜਿੱਦਾਂ ਉਹ ਸਾਰੀ ਰਾਤ ਰੋਂਦੀ ਹੀ ਰਹੀ ਹੋਵੇ। ਮੇਰਾ ਪਤੀ ਵੀ ਰੋ ਰਿਹਾ ਸੀ। ਮੈਂ ਜਿੱਦਾਂ ਹੀ ਜਨਾਜ਼ੇ ਦੇ ਕੋਲ ਪਹੁੰਚੀ ਤਾਂ ਮੁਹੱਲੇ ਦੀਆਂ ਔਰਤਾਂ ਇੱਕ ਦੂਸਰੇ ਨੂੰ ਦੇਖ ਕੇ ਕਹਿਣ ਲੱਗੀਆਂ, ਲਓ ਦੇਖ ਲਓ, ਹੋ ਗਈ ਮਹਾਰਾਣੀ ਦੀ ਸਵੇਰ। ਕਿੱਦਾਂ ਦੀ ਬੇਸ਼ਰਮ ਔਰਤ ਹੈ। ਬੇਟਾ ਮਰ ਚੁੱਕਿਆ ਹੈ ਅਤੇ ਇਹ ਆਪਣੀਆਂ ਨੀਂਦਾਂ ਪੂਰੀਆਂ ਕਰ ਰਹੀ ਹੈ। ਕੁਝ ਤਾਂ ਸ਼ਰਮ ਕਰੋ। ਤੇਰੀ ਬੁੱਢੀ ਸੱਸ ਕੱਲ੍ਹ ਸ਼ਾਮ ਤੋਂ ਹੀ ਮੰਜੇ ਨਾਲ ਲੱਗ ਕੇ ਬੈਠੀ ਹੈ। ਪਾਣੀ ਦਾ ਘੁੱਟ ਤੱਕ ਨਹੀਂ ਪੀਤਾ। ਫਿਰ ਵੀ ਉਹਨੂੰ ਤੇਰਾ ਹੀ ਖਿਆਲ ਰਿਹਾ ਕਿ ਤੈਨੂੰ ਜਗਾਇਆ ਨਾ ਜਾਵੇ। ਤੇਰੀ ਤਬੀਅਤ ਖਰਾਬ ਹੋ ਜਾਵੇਗੀ। ਤੇ ਇੱਕ ਤੂੰ ਆ, ਪਹਿਲਾਂ ਆਪਣੇ ਬੇਟੇ ਨੂੰ ਮਾਰ ਦਿੱਤਾ, ਫਿਰ ਆਰਾਮ ਨਾਲ ਆਪਣੀਆਂ ਨੀਂਦਾਂ ਪੂਰੀਆਂ ਕਰਦੀ ਆ। ਮੈਂ ਹੈਰਾਨੀ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਉਹ ਕਿੰਨੀ ਸਫਾਈ ਨਾਲ ਸਾਰਾ ਇਲਜ਼ਾਮ ਮੇਰੇ ਉੱਪਰ ਲਗਾ ਰਹੀਆਂ ਸੀ। ਭਲਾ ਇੱਕ ਮਾਂ ਐਦਾਂ ਕਰ ਸਕਦੀ ਹੈ? ਮੈਂ ਆਪਣੇ ਬੇਟੇ ਦੇ ਮੰਜੇ ਦੇ ਕੋਲ ਗਈ ਤਾਂ ਇੱਕਦਮ ਮੈਨੂੰ ਆਪਣੇ ਵਾਲਾਂ ਵਿੱਚ ਖਿਜਾਵਟ ਮਹਿਸੂਸ ਹੋਈ, ਜਿੱਦਾਂ ਕਿਸੇ ਨੇ ਬਹੁਤ ਬੇਦਰਦੀ ਨਾਲ ਮੇਰੇ ਵਾਲ ਮੁੱਠੀ ਵਿੱਚ ਫੜ ਕੇ ਆਪਣੇ ਵੱਲ ਖਿੱਚਿਆ ਹੋਵੇ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਸੱਸ ਮੇਰੇ ਵਾਲ ਮੁੱਠੀ ਵਿੱਚ ਫੜੀ ਖੜੀ ਸੀ। ਫਿਰ ਮੇਰੀ ਸੱਸ ਨੇ ਮੈਨੂੰ ਬਾਂਹ ਤੋਂ ਫੜ ਕੇ ਆਪਣੇ ਵੱਲ ਮੋੜਿਆ ਅਤੇ ਬਹੁਤ ਜ਼ੋਰ ਨਾਲ ਮੇਰੇ ਖਿੱਚ ਕੇ 2-4 ਥੱਪੜ ਮਾਰ ਦਿੱਤੇ। ਮੇਰਾ ਮੂੰਹ ਲਾਲ ਹੋ ਗਿਆ ਸੀ ਅਤੇ ਬੁੱਲ੍ਹ ਵੀ ਇੱਕ ਪਾਸਿਓਂ ਫਟ ਗਏ ਅਤੇ ਖੂਨ ਨਿਕਲਣ ਲੱਗ ਪਿਆ। ਮੇਰੀ ਸੱਸ ਕਹਿ ਰਹੀ ਸੀ ਕਿ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਤੂੰ ਮੇਰੇ ਪੋਤੇ ਨੂੰ ਜਾਨ ਤੋਂ ਮਾਰਿਆ ਹੈ। ਜਦੋਂ ਤੂੰ ਸਾਡੇ ਘਰ ਆਈ ਆਂ, ਸਾਡੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ। ਮੈਂ ਉਹਨਾਂ ਅੱਗੇ ਹੱਥ ਜੋੜ ਦਿੱਤੇ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ। ਮੇਰਾ ਤਾਂ ਬੇਟਾ ਸੀ ਉਹਦੇ ਨਾਲ ਮੈਂ ਭਲਾ ਇੱਦਾਂ ਕਿਉਂ ਕਰਦੀ? ਮੇਰਾ ਇਕਲੌਤਾ ਬੇਟਾ ਸੀ। ਮੈਨੂੰ ਆਪਣੇ ਬੇਟੇ ਨੂੰ ਦੇਖਣ ਦਿਓ, ਐਦਾਂ ਨਾ ਕਰੋ। ਪਰ ਮੇਰੀ ਸੱਸ ਨੇ ਮੇਰੀ ਕਿਸੇ ਵੀ ਫਰਿਆਦ ਦਾ ਅਸਰ ਨਾ ਹੋਇਆ। ਉਹ ਮੈਨੂੰ ਬਾਂਹ ਤੋਂ ਫੜ ਕੇ ਦਰਵਾਜ਼ੇ ਦੇ ਕੋਲ ਲੈ ਗਈ ਅਤੇ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਮੇਰੇ ਉੱਪਰ ਤਾਂ ਜ਼ੁਲਮਾਂ ਦਾ ਪਹਾੜ ਟੁੱਟ ਗਿਆ ਸੀ। ਮੇਰਾ ਪਤੀ ਬੁੱਤ ਬਣ ਕੇ ਸਭ ਕੁਝ ਦੇਖ ਰਿਹਾ ਸੀ। ਉਸ ਨੂੰ ਵੀ ਲੱਗਦਾ ਸੀ ਕਿ ਮੇਰੀ ਲਾਪਰਵਾਹੀ ਦੀ ਵਜ੍ਹਾ ਨਾਲ ਮੇਰੇ ਬੇਟੇ ਦੀ ਮੌਤ ਹੋ ਗਈ। ਮੈਂ ਦਰਵਾਜ਼ੇ ਦੇ ਕੋਲ ਲੱਗ ਕੇ ਕਿੰਨੀ ਦੇਰ ਖੜੀ ਰਹੀ ਅਤੇ ਦਰਵਾਜ਼ਾ ਖੜਕਾਉਂਦੀ ਰਹੀ, ਪਰ ਉਹਨਾਂ ਨੇ ਇੱਕ ਵਾਰ ਵੀ ਮੇਰੇ ਉੱਪਰ ਤਰਸ ਨਾ ਕੀਤਾ। ਉਹਨਾਂ ਦਾ ਦਿਲ ਤਾਂ ਜਿੱਦਾਂ ਪੱਥਰ ਦਾ ਹੋ ਗਿਆ ਸੀ। ਮੈਂ ਟੁੱਟੇ ਦਿਲ ਨਾਲ ਸੜਕ 'ਤੇ ਤੁਰਨ ਲੱਗ ਪਈ। ਮੇਰਾ ਹੋਰ ਕੋਈ ਟਿਕਾਣਾ ਨਹੀਂ ਸੀ। ਜਾਂਦੀ ਤਾਂ ਕਿੱਥੇ ਜਾਂਦੀ? ਅਚਾਨਕ ਮੈਨੂੰ ਇੱਕ ਔਰਤ ਦੀ ਪੁਕਾਰ ਸੁਣਾਈ ਦਿੱਤੀ ਜੋ ਆਪਣੀ ਮਦਦ ਦੇ ਲਈ ਪੁਕਾਰ ਰਹੀ ਸੀ।
ਉਹ ਸੜਕ ਨੂੰ ਪਾਰ ਕਰਦੇ ਸਮੇਂ ਡਿੱਗ ਗਈ ਸੀ। ਮੈਂ ਭੱਜ ਕੇ ਉਸ ਔਰਤ ਦੇ ਕੋਲ ਗਈ। ਮੈਂ ਉਸ ਨੂੰ ਚੁੱਕ ਕੇ ਸਹਾਰਾ ਦਿੱਤਾ ਅਤੇ ਸੜਕ ਦੇ ਦੂਸਰੇ ਪਾਸੇ ਲੈ ਕੇ ਗਈ। ਸ਼ੁਕਰ ਹੈ ਉਸ ਨੂੰ ਕੋਈ ਸੱਟ ਨਹੀਂ ਲੱਗੀ ਸੀ, ਪਰ ਉਸ ਦੇ ਬੁੱਲ੍ਹ ਖੁਸ਼ਕ ਹੋ ਰਹੇ ਸੀ। ਮੈਂ ਭੱਜ ਕੇ ਪਾਣੀ ਲੈ ਕੇ ਆਈ ਅਤੇ ਉਸ ਨੂੰ ਪਾਣੀ ਪਿਲਾਇਆ। ਪਾਣੀ ਪਿਲਾਉਣ ਦੇ ਸਮੇਂ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਰਹੇ ਸੀ। ਉਸ ਔਰਤ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਬੇਟੀ ਰੋ ਕਿਉਂ ਰਹੀ ਹੋ? ਕੀ ਤੂੰ ਵੀ ਦੁਖੀ ਆਂ? ਮੈਂ ਉਸ ਦੀ ਗੱਲ 'ਤੇ ਚੌਂਕ ਕੇ ਇੱਧਰ ਉੱਧਰ ਦੇਖਿਆ। ਮੈਂ ਬੇਧਿਆਨੀ ਵਿੱਚ ਆਪਣੇ ਘਰ ਤੋਂ ਬਹੁਤ ਦੂਰ ਨਿਕਲ ਆਈ ਸੀ। ਉਸ ਔਰਤ ਨੇ ਕਿਹਾ, ਪਰਮਾਤਮਾ ਤੇਰਾ ਭਲਾ ਕਰੇਗਾ, ਤੇਰੀਆਂ ਸਾਰੀਆਂ ਮੁਸ਼ਕਲਾਂ ਆਸਾਨ ਕਰੇਗਾ। ਤੂੰ ਮੇਰੀ ਜਾਨ ਬਚਾਈ ਹੈ, ਤੇਰੀ ਨੇਕੀ ਦਾ ਫਲ ਤੈਨੂੰ ਰੱਬ ਜ਼ਰੂਰ ਦੇਵੇਗਾ। ਜਾ ਆਪਣੇ ਘਰ ਚਲੀ ਜਾ। ਮੈਂ ਕਿਹਾ, ਮੇਰਾ ਕੋਈ ਘਰ ਨਹੀਂ ਹੈ, ਮੈਂ ਬੇਆਸਰਾ ਹਾਂ। ਉਸਨੇ ਕਿਹਾ, ਤੂੰ ਬੇਆਸਰਾ ਨਹੀਂ ਹੈ, ਤੂੰ ਆਪਣੇ ਘਰ ਚਲੀ ਜਾ। ਤੇਰਾ ਘਰ ਤੇਰੀ ਰਾਹ ਦੇਖ ਰਿਹਾ ਹੈ, ਤੇਰੇ ਕੋਲ ਤਾਂ ਸਭ ਕੁਝ ਹੈ, ਫਿਰ ਕਿਉਂ ਸੜਕਾਂ ਦੀ ਖਾਕ ਛਾਣ ਰਹੀ ਆਂ? ਘਰ ਜਾ, ਉੱਥੇ ਤੈਨੂੰ ਐਦਾਂ ਦੀ ਖੁਸ਼ੀ ਮਿਲੇਗੀ, ਤੂੰ ਹੈਰਾਨ ਰਹਿ ਜਾਵੇਂਗੀ। ਮੈਂ ਬੜੀ ਹੈਰਾਨ ਹੋ ਰਹੀ ਸੀ ਕਿ ਉਸ ਘਰ ਵਿੱਚ ਤਾਂ ਮੇਰੇ ਬੇਟੇ ਦਾ ਜਨਾਜ਼ਾ ਰੱਖਿਆ ਹੋਇਆ ਹੈ, ਉੱਥੇ ਮੈਨੂੰ ਕਿਹੜੀ ਖੁਸ਼ੀ ਮਿਲ ਸਕਦੀ ਹੈ। ਮੈਂ ਇਹ ਜਾਣਨ ਦੇ ਲਈ ਵਾਪਸ ਜਲਦੀ ਘਰ ਵੱਲ ਨੂੰ ਤੁਰ ਪਈ ਅਤੇ ਸੋਚਿਆ ਕਿ ਆਖਿਰ ਜਾ ਕੇ ਦੇਖਾਂ ਤਾਂ ਸਹੀ ਕਿ ਕਿਹੜੀ ਖੁਸ਼ੀ ਹੈ ਜੋ ਮੇਰਾ ਇੰਤਜ਼ਾਰ ਕਰ ਰਹੀ ਹੈ। ਸ਼ਾਇਦ ਮੇਰੀ ਸੱਸ ਨੂੰ ਮੇਰੇ ਉੱਪਰ ਰਹਿਮ ਆ ਜਾਵੇ ਅਤੇ ਮੈਨੂੰ ਮੇਰੇ ਬੇਟੇ ਦਾ ਆਖਰੀ ਦੀਦਾਰ ਕਰਨ ਦੇਵੇ। ਇੰਨੇ 'ਚ ਹੀ ਮੈਂ ਘਰ ਦੇ ਦਰਵਾਜ਼ੇ ਤੱਕ ਆ ਗਈ ਸੀ। ਮੈਂ ਤੇਜ਼ ਧੜਕਦੇ ਦਿਲ ਨਾਲ ਦਰਵਾਜ਼ਾ ਖਟਖਟਾਇਆ। ਅੱਗੇ ਜੋ ਮੰਜ਼ਰ ਮੈਨੂੰ ਦੇਖਣ ਨੂੰ ਮਿਲਿਆ, ਉਸਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ। ਮੇਰਾ ਪੂਰਾ ਸਰੀਰ ਕੰਬਣ ਲੱਗ ਪਿਆ ਸੀ। ਮੇਰਾ ਨਾਮ ਮਨੀਸ਼ਾ ਹੈ ਅਤੇ ਮੈਂ ਇੱਕ ਅਮੀਰ ਪਰਿਵਾਰ ਨਾਲ ਤਾਲੁਕ ਰੱਖਦੀ ਹਾਂ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ 21 ਸਾਲ ਦੀ ਸੀ ਅਤੇ ਸ਼ਹਿਰ ਦੇ ਮਹਿੰਗੇ ਕਾਲਜ ਵਿੱਚ ਪੜ੍ਹਦੀ ਸੀ। ਮੈਨੂੰ ਪੜ੍ਹਾਈ ਵਿੱਚ ਕੁਝ ਦਿਲਚਸਪੀ ਨਹੀਂ ਸੀ, ਪਰ ਪਿਤਾ ਜੀ ਦੇ ਸਖਤ ਰਵੱਈਏ ਦੇ ਕਰਕੇ ਮੈਂ ਪੜ੍ਹ ਰਹੀ ਸੀ। ਉਹ ਇੱਕ ਬਿਜ਼ਨਸਮੈਨ ਸੀ, ਪਰ ਉਹਨਾਂ ਦਾ ਰਵੱਈਆ ਸ਼ੁਰੂ ਤੋਂ ਹੀ ਸਖਤ ਸੀ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਉਹਨਾਂ ਨੂੰ ਕਦੇ ਵੀ ਮੁਸਕਰਾਉਂਦੇ ਨਹੀਂ ਦੇਖਿਆ ਸੀ। ਉਹ ਹਰ ਸਮੇਂ ਗੁੱਸੇ ਵਿੱਚ ਹੀ ਰਹਿੰਦੇ। ਐਦਾਂ ਨਹੀਂ ਸੀ ਕਿ ਇਸ ਦੀ ਕੋਈ ਵਜ੍ਹਾ ਸੀ, ਉਹਨਾਂ ਦਾ ਰਵੱਈਆ ਕੁਦਰਤੀ ਹੀ ਐਦਾਂ ਦਾ ਸੀ। ਗੁੱਸਾ ਉਹਨਾਂ ਦੀ ਫਿਤਰਤ ਵਿੱਚ ਸੀ। ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ, ਪਰ ਫਿਰ ਵੀ ਉਹਨਾਂ ਨੇ ਮੇਰੇ ਨਾਲ ਕਦੇ ਵੀ ਪਿਆਰ ਨਾਲ ਗੱਲ ਨਹੀਂ ਕੀਤੀ ਸੀ। ਮੈਂ ਤੇ ਮੇਰੀ ਮਾਂ ਹਮੇਸ਼ਾ ਕਦਮ ਫੂਕ ਕੇ ਚੱਲਦੇ ਸੀ ਅਤੇ ਇਸ ਗੱਲ ਦਾ ਧਿਆਨ ਰੱਖਦੇ ਸੀ ਕਿ ਕਿਤੇ ਕੋਈ ਗੱਲ ਉਹਨਾਂ ਦੀ ਮਰਜ਼ੀ ਦੇ ਖਿਲਾਫ ਨਾ ਹੋ ਜਾਵੇ। ਮੇਰੀ ਮਾਂ ਵੀ ਮੇਰੇ ਪਿਤਾ ਜੀ ਤੋਂ ਤੰਗ ਸੀ। ਹੱਦ ਤੋਂ ਜ਼ਿਆਦਾ ਸਖਤੀ ਵੀ ਇਨਸਾਨ ਨੂੰ ਬਾਗੀ ਬਣਾ ਦਿੰਦੀ ਹੈ। ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀ। ਮੇਰੇ ਪਾਪਾ ਦੇ ਰਵੱਈਏ ਨੇ ਮੈਨੂੰ ਆਪਣੇ ਘਰ ਵਾਲਿਆਂ ਤੋਂ ਦੂਰ ਕਰ ਦਿੱਤਾ ਸੀ। ਇੱਕ ਦਿਨ ਜਦੋਂ ਮੈਂ ਕਾਲਜ ਤੋਂ ਘਰ ਆਈ ਤਾਂ ਪਾਪਾ ਦੇ ਬਿਜ਼ਨਸ ਪਾਰਟਨਰ ਆਪਣੀ ਫੈਮਿਲੀ ਦੇ ਨਾਲ ਸਾਡੇ ਡਰਾਇੰਗ ਰੂਮ ਵਿੱਚ ਬੈਠੇ ਹੋਏ ਸੀ। ਮੇਰੇ ਪਾਪਾ ਦੇ ਬਿਜ਼ਨਸ ਪਾਰਟਨਰ ਅਕਸਰ ਸਾਡੇ ਘਰ ਆ ਜਾਂਦੇ ਸੀ। ਮੈਂ ਖਾਣਾ ਖਾਧਾ ਤੇ ਸੌਂ ਗਈ। ਸ਼ਾਮ ਨੂੰ ਸੌਂ ਕੇ ਉੱਠੀ ਤਾਂ ਮੇਰੀ ਮਾਂ ਨੇ ਦੱਸਿਆ ਕਿ ਤੇਰੇ ਪਾਪਾ ਨੇ ਤੇਰਾ ਵਿਆਹ ਆਪਣੇ ਬਿਜ਼ਨਸ ਪਾਰਟਨਰ ਦੇ ਬੇਟੇ ਸਤੀਸ਼ ਨਾਲ ਤੈਅ ਕਰ ਦਿੱਤਾ ਹੈ। ਅਗਲੇ ਕੁਝ ਦਿਨਾਂ ਵਿੱਚ ਹੀ ਤੇਰੀ ਮੰਗਣੀ ਹੋਣ ਵਾਲੀ ਹੈ ਅਤੇ ਉਸ ਤੋਂ ਬਾਅਦ ਵਿਆਹ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਐਦਾਂ ਲੱਗਾ ਕਿ ਕਿਸੇ ਨੇ ਮੇਰੀ ਰੂਹ ਕੱਢ ਦਿੱਤੀ ਹੋਵੇ। ਮੈਂ ਮਾਂ ਨਾਲ ਇਸ ਦਾ ਵਿਰੋਧ ਕੀਤਾ ਤਾਂ ਮਾਂ ਨੇ ਕਿਹਾ, ਖਬਰਦਾਰ ਕੋਈ ਉਲਟੀ ਸਿੱਧੀ ਹਰਕਤ ਕੀਤੀ ਤਾਂ ਆਪਣੇ ਬਾਪ ਦੇ ਗੁੱਸੇ ਦਾ ਪਤਾ ਹੀ ਆ ਤੈਨੂੰ। ਇਸੇ ਕਰਕੇ ਕੋਈ ਵੀ ਹੰਗਾਮਾ ਕਰਕੇ ਆਪਣੇ ਤੇ ਮੇਰੇ ਲਈ ਕੋਈ ਮੁਸ਼ਕਲ ਨਾ ਵਧਾ ਦੇਣਾ। ਮੈਂ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਆਪਣਾ ਫ਼ੋਨ ਲੈ ਕੇ ਤੁਰੰਤ ਰਵੀ ਨੂੰ ਫ਼ੋਨ ਮਿਲਾਇਆ। ਰੋ ਕੇ ਉਸ ਨੂੰ ਸਾਰੀ ਕਹਾਣੀ ਦੱਸੀ ਕਿ ਮੇਰੇ ਪਾਪਾ ਜ਼ਬਰਦਸਤੀ ਮੇਰਾ ਵਿਆਹ ਆਪਣੇ ਬਿਜ਼ਨਸ ਪਾਰਟਨਰ ਦੇ ਲੜਕੇ ਨਾਲ ਕਰ ਰਹੇ ਹਨ, ਪਰ ਮੈਂ ਤੇਰੇ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ। ਰਵੀ ਨੇ ਮੈਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਜਲਦੀ ਹੀ ਕੁਝ ਕਰਦਾ ਹਾਂ। ਮੈਂ ਬਹੁਤ ਪਰੇਸ਼ਾਨ ਸੀ। ਦਰਅਸਲ ਮੈਂ ਆਪਣੇ ਕਲਾਸਮੇਟ ਰਵੀ ਨਾਲ ਪਿਆਰ ਕਰਦੀ ਸੀ। ਰਵੀ ਇੱਕ ਮਿਡਲ ਕਲਾਸ ਫੈਮਿਲੀ ਤੋਂ ਸੀ, ਪਰ ਮੈਂ ਉਸਦੇ ਲਈ ਕੁਝ ਵੀ ਕਰ ਸਕਦੀ ਸੀ। ਉਹ ਬਹੁਤ ਚੰਗਾ ਇਨਸਾਨ ਸੀ। ਉਸਦੇ ਘਰ ਸਿਰਫ ਉਸਦੀ ਮਾਂ ਤੇ ਉਹ ਰਹਿੰਦੇ ਸੀ। ਉਸਦੀ ਵੱਡੀ ਭੈਣ ਦਾ ਵਿਆਹ ਬਹੁਤ ਪਹਿਲਾਂ ਹੀ ਹੋ ਚੁੱਕਿਆ ਸੀ। ਪਿਤਾ ਜੀ ਪਹਿਲਾਂ ਹੀ ਗੁਜ਼ਰ ਗਏ ਸੀ। ਰਵੀ ਦੇ ਪਿਤਾ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਜਿਸ ਨੂੰ ਹੁਣ ਰਵੀ ਨੇ ਸੰਭਾਲਿਆ ਸੀ, ਪਰ ਮੈਨੂੰ ਕਿਸੇ ਵੀ ਗੱਲ ਤੋਂ ਇਤਰਾਜ਼ ਨਹੀਂ ਸੀ। ਮੈਂ ਕਦੀ ਵੀ ਆਪਣੇ ਪੈਸਿਆਂ ਦਾ ਗਰੂਰ ਨਹੀਂ ਕੀਤਾ ਸੀ। ਮੈਨੂੰ ਤਾਂ ਬਸ ਰਵੀ ਦਾ ਸਾਥ ਚਾਹੀਦਾ ਸੀ। ਰਵੀ ਦੇ ਨਾਲ ਮੈਂ ਥੋੜ੍ਹੇ 'ਚ ਵੀ ਗੁਜ਼ਾਰਾ ਕਰ ਲੈਂਦੀ। ਦਿਨ ਗੁਜ਼ਰਦੇ ਗਏ। ਮੇਰੇ ਵਿਆਹ ਦੇ ਦਿਨ ਨਜ਼ਦੀਕ ਆ ਰਹੇ ਸੀ। ਅਗਲੇ ਹੀ ਦਿਨ ਰਵੀ ਅਤੇ ਉਸਦੀ ਮਾਂ
ਸਾਡੇ ਘਰ ਰਿਸ਼ਤਾ ਲੈ ਕੇ ਆਏ, ਪਰ ਮੇਰੇ ਪਾਪਾ ਨੇ ਉਹਨਾਂ ਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਮੇਰਾ ਕਾਲਜ ਜਾਣਾ ਵੀ ਬੰਦ ਕਰ ਦਿੱਤਾ ਅਤੇ ਮੇਰੇ ਕੋਲੋਂ ਮੋਬਾਈਲ ਵੀ ਖੋਹ ਲਿਆ। ਮੈਂ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਸੀ ਕਿ ਹੁਣ ਕੀ ਕਰਾਂ। ਵਿਆਹ ਵਾਲਾ ਦਿਨ ਵੀ ਆ ਗਿਆ। ਵਿਆਹ ਵਾਲੇ ਦਿਨ ਮੈਂ ਤਿਆਰ ਹੋਣ ਲਈ ਪਾਰਲਰ ਜਾਣਾ ਸੀ। ਮੇਰੀ ਮਾਂ ਨੇ ਮੇਰੀ ਸਹੇਲੀ ਨੂੰ ਮੇਰੇ ਨਾਲ ਭੇਜਦੇ ਹੋਏ ਕਿਹਾ, ਟਾਈਮ ਨਾਲ ਘਰ ਵਾਪਸ ਆ ਜਾਣਾ। ਮੈਂ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਅਸੀਂ ਗੱਡੀ 'ਚ ਬੈਠੀਆਂ ਤੇ ਪਾਰਲਰ ਜਾਣ ਦੇ ਲਈ ਨਿਕਲ ਗਈਆਂ। ਮੈਂ ਜਲਦੀ ਨਾਲ ਆਪਣੀ ਸਹੇਲੀ ਦੇ ਹੱਥੋਂ ਮੋਬਾਈਲ ਖੋਇਆ ਤੇ ਤੁਰੰਤ ਰਵੀ ਨੂੰ ਫੋਨ ਕੀਤਾ। ਰਵੀ ਨੇ ਪਹਿਲਾਂ ਤਾਂ ਬਹੁਤ ਨਾਰਾਜ਼ਗੀ ਜਤਾਈ ਕਿ ਤੇਰੇ ਪਾਪਾ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ, ਉਹਨਾਂ ਨੂੰ ਮੇਰੀ ਮਾਂ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਸੀ, ਪਰ ਫਿਰ ਵੀ ਮੈਂ ਤੇਰੀ ਖਾਤਰ ਸਭ ਕੁਝ ਭੁਲਾ ਦਿੱਤਾ। ਚਲੋ ਹੁਣ ਮੈਨੂੰ ਇਹ ਦੱਸ ਕਿ ਮੈਂ ਕੀ ਕਰਾਂ। ਮੈਂ ਰਵੀ ਨੂੰ ਕਿਹਾ ਕਿ ਸਾਡੇ ਕੋਲੇ ਇੱਕ ਹੀ ਰਸਤਾ ਹੈ ਕਿ ਅਸੀਂ ਭੱਜ ਕੇ ਵਿਆਹ ਕਰਵਾ ਲਈਏ। ਰਵੀ ਨੇ ਕਿਹਾ, ਇੱਦਾਂ ਕਰਨਾ ਠੀਕ ਹੋਵੇਗਾ? ਮੈਂ ਕਿਹਾ, ਹੌਲੀ ਹੌਲੀ ਸਭ ਠੀਕ ਹੋ ਜਾਵੇਗਾ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਹਾਂ, ਉਹ ਆਪੇ ਸਭ ਕੁਝ ਭੁਲਾ ਕੇ ਮੈਨੂੰ ਅਪਣਾ ਲੈਣਗੇ। ਮੈਂ ਜਾਣਦੀ ਹਾਂ ਕਿ ਇਹ ਗਲਤ ਹੈ, ਪਰ ਮੈਂ ਮਜਬੂਰ ਹਾਂ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਮੈਂ ਰਵੀ ਨੂੰ ਦੱਸਿਆ ਕਿ ਮੈਂ ਪਾਰਲਰ ਜਾ ਰਹੀ ਹਾਂ, ਉੱਥੇ ਆ ਜਾਣਾ। ਰਵੀ ਨੇ ਕਿਹਾ, ਠੀਕ ਹੈ, ਮੈਂ ਪਾਰਲਰ ਆ ਰਿਹਾ ਹਾਂ। ਮੈਂ ਡਰਾਈਵਰ ਨੂੰ ਬਹਾਨਾ ਲਗਾ ਕੇ ਕਿਹਾ ਕਿ ਮੇਰਾ ਸੂਟ ਘਰ ਹੀ ਰਹਿ ਗਿਆ, ਤੁਸੀਂ ਮੈਨੂੰ ਉਹ ਲਿਆ ਕੇ ਦੇ ਦਿਓ। ਡਰਾਈਵਰ ਘਰ ਨੂੰ ਚਲਾ ਗਿਆ ਤੇ ਰਵੀ ਮੇਰੇ ਕੋਲ ਆ ਗਿਆ। ਮੈਂ ਆਪਣੀ ਦੋਸਤ ਨੂੰ ਸਭ ਕੁਝ ਸਮਝਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਮੈਂ ਰਵੀ ਦੇ ਨਾਲ ਚਲੀ ਗਈ। ਅਸੀਂ ਮੰਦਿਰ ਵਿੱਚ ਜਾ ਕੇ ਵਿਆਹ ਕੀਤਾ ਤੇ ਫਿਰ ਉਹ ਮੈਨੂੰ ਆਪਣੇ ਘਰ ਲੈ ਗਿਆ। ਮੈਂ ਇਹ ਨਹੀਂ ਜਾਣਦੀ ਸੀ ਕਿ ਮੈਂ ਇਹ ਕਦਮ ਚੁੱਕ ਕੇ ਕਿੰਨੀ ਵੱਡੀ ਗਲਤੀ ਕੀਤੀ ਹੈ। ਦੂਜੇ ਪਾਸੇ ਜਿੱਦਾਂ ਹੀ ਮੇਰੇ ਮਾਂ-ਬਾਪ ਨੂੰ ਮੇਰੇ ਲਾਪਤਾ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਦੇ ਸਿਰ 'ਤੇ ਅਸਮਾਨ ਟੁੱਟ ਗਿਆ। ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਮੈਂ ਅਜਿਹਾ ਕੁਝ ਕਰਾਂਗੀ। ਮੇਰੇ ਘਰ ਤਾਂ ਕਿਆਮਤ ਆ ਗਈ ਸੀ। ਮੇਰੇ ਪਾਪਾ ਤਾਂ ਉਸੇ ਸਮੇਂ ਮੈਨੂੰ ਜਾਨੋਂ ਮਾਰਨ ਲਈ ਨਿਕਲੇ, ਪਰ ਮਾਂ ਨੇ ਉਹਨਾਂ ਦੇ ਪੈਰ ਫੜ ਕੇ ਕਿਹਾ, ਇੰਨਾ ਗੁੱਸਾ ਨਾ ਕਰੋ, ਉਹ ਸਾਡੀ ਇਕਲੌਤੀ ਧੀ ਹੈ। ਭਲਾ ਹੀ ਤੁਸੀਂ ਉਸ ਨੂੰ ਮਾफ़ ਨਾ ਕਰੋ, ਪਰ ਉਸ ਦੀ ਜਾਨ ਬਖਸ਼ ਦਿਓ, ਉਸ ਨੂੰ ਜਾਨੋਂ ਨਾ ਮਾਰਨਾ। ਮਾਂ ਦੀਆਂ ਲੱਖ ਕਸਮਾਂ ਤੇ ਪਾਪਾ ਕਿਸੇ ਤਰ੍ਹਾਂ ਮੰਨ ਗਏ। ਮੈਨੂੰ ਰਵੀ ਦੇ ਘਰ ਆਇਆਂ ਨੂੰ 1 ਹਫ਼ਤਾ ਗੁਜ਼ਰ ਗਿਆ ਸੀ, ਪਰ ਮੇਰੇ ਪੇਕੇ ਘਰ ਖਾਮੋਸ਼ੀ ਸੀ। ਮੈਂ ਇਹ ਨਾ ਸਮਝ ਸਕੀ ਕਿ ਤੂਫਾਨ ਆਉਣ ਤੋਂ ਪਹਿਲਾਂ ਹਰ ਪਾਸੇ ਖਾਮੋਸ਼ੀ ਹੀ ਹੁੰਦੀ ਹੈ। ਮੈਂ ਆਪਣੇ ਸਹੁਰੇ ਘਰ ਸਕੂਨ ਦੀ ਜ਼ਿੰਦਗੀ ਬਤੀਤ ਕਰ ਰਹੀ ਸੀ। ਮੇਰੀ ਸੱਸ ਬਹੁਤ ਚੰਗੀ ਔਰਤ ਸੀ। ਉਹ ਮੈਨੂੰ ਆਪਣੀ ਬੇਟੀ ਦੀ ਤਰ੍ਹਾਂ ਪਿਆਰ ਕਰਦੀ ਸੀ। ਮੈਂ ਆਪਣੀ ਪੜ੍ਹਾਈ ਛੱਡ ਦਿੱਤੀ ਸੀ। ਮੈਂ ਤਾਂ ਕਿਹਾ, ਚਲੋ ਸ਼ੁਕਰ ਹੋਇਆ, ਮੇਰੀ ਜਾਨ ਛੁੱਟੀ ਪੜ੍ਹਾਈ ਵੱਲੋਂ। ਪਰ ਰਵੀ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਨਾਲ-ਨਾਲ ਉਹ ਆਪਣਾ ਕੰਮ ਵੀ ਕਰਦੇ ਸੀ। ਉਹ ਸਵੇਰੇ-ਸਵੇਰੇ ਕਾਲਜ ਜਾਂਦਾ ਅਤੇ ਬਾਅਦ ਵਿੱਚ ਆਪਣਾ ਕੰਮ ਕਰਦੇ। ਮੇਰੀ ਸੱਸ ਸਿਲਾਈ ਕਰਦੀ ਸੀ। ਮੈਂ ਵੀ ਉਹਨਾਂ ਦੇ ਨਾਲ ਰਹਿੰਦੇ-ਰਹਿੰਦੇ ਸਿਲਾਈ ਦਾ ਕੰਮ ਸਿੱਖ ਲਿਆ ਸੀ। ਮੇਰੇ ਸਹੁਰਿਆਂ ਦੇ ਘਰ ਦੇ ਹਾਲਾਤ ਬਹੁਤ ਚੰਗੇ ਨਹੀਂ ਸੀ। ਸ਼ੁਰੂ ਵਿੱਚ ਮੈਨੂੰ ਕਾਫੀ ਪਰੇਸ਼ਾਨੀ ਹੋਈ, ਪਰ ਹੌਲੀ-ਹੌਲੀ ਮੈਂ ਇੱਥੇ ਐਡਜਸਟ ਹੋ ਗਈ। ਐਸੇ ਤਰ੍ਹਾਂ ਸਾਡੇ ਵਿਆਹ ਨੂੰ 3 ਸਾਲ ਗੁਜ਼ਰ ਗਏ। ਉਸ ਪਰਮਾਤਮਾ ਦੀ ਮਿਹਰ ਸਦਕਾ ਮੇਰੇ ਇੱਕ ਬੇਟਾ ਵੀ ਹੋਇਆ। ਬੇਟੇ ਦੇ ਪੈਦਾ ਹੋਣ ਤੋਂ ਬਾਅਦ ਘਰ ਦੇ ਖਰਚੇ ਵੀ ਵੱਧ ਗਏ ਸੀ। ਹੁਣ ਮੇਰੀ ਸੱਸ ਦਾ ਰਵੱਈਆ ਵੀ ਮੇਰੇ ਨਾਲ ਕੁਝ ਅਜੀਬ ਜਿਹਾ ਹੀ ਹੋ ਗਿਆ ਸੀ। ਉਹ ਵਾਰ-ਵਾਰ ਮੈਨੂੰ ਕਹਿੰਦੀ ਰਹਿੰਦੀ ਕਿ ਹੁਣ ਤੈਨੂੰ ਆਪਣੇ ਮਾਂ-ਬਾਪ ਨੂੰ ਮਿਲਣ ਚਲੇ ਜਾਣਾ ਚਾਹੀਦਾ। ਉਹ ਤੈਨੂੰ ਯਾਦ ਕਰਦੇ ਹੋਣੇ। ਹੁਣ ਤੱਕ ਤਾਂ ਉਹਨਾਂ ਨੇ ਤੈਨੂੰ ਮਾਫ਼ ਵੀ ਕਰ ਦਿੱਤਾ ਹੋਣਾ। ਤੇਰੇ ਬਾਪ ਦਾ ਇੰਨਾ ਵੱਡਾ ਬਿਜ਼ਨਸ ਹੈ, ਆਖਿਰ ਉਸ ਨੂੰ ਕੌਣ ਸੰਭਾਲੇਗਾ? ਪਰ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਮਾਂ-ਬਾਪ ਦੇ ਗੁੱਸੇ ਦਾ ਸਾਹਮਣਾ ਕਰ ਪਾਉਂਦੀ। ਮੁਮਕਿਨ ਜਿਹੀ ਗੱਲ ਸੀ ਕਿ ਉਹ ਤਾਂ ਮੈਨੂੰ ਦੇਖਦੇ ਹੀ ਗੋਲੀ ਮਾਰ ਦੇਣਗੇ। ਮੈਂ ਹਰ ਵਾਰ ਆਪਣੀ ਸੱਸ ਨੂੰ ਕਿਸੇ ਨਾ ਕਿਸੇ ਬਹਾਨੇ ਟਾਲ ਦਿੰਦੀ ਸੀ। ਰਵੀ ਦਾ ਰਵੱਈਆ ਵੀ ਉਹਨਾਂ ਦਿਨਾਂ ਵਿੱਚ ਤਬਦੀਲ ਹੁੰਦਾ ਜਾ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛਣ ਦਾ ਇਰਾਦਾ ਕੀਤਾ, ਫਿਰ ਖੁਦ ਹੀ ਸੋਚਿਆ ਕਿ ਹੋ ਸਕਦਾ ਹੈ ਕਿ ਜ਼ਿਆਦਾ ਕੰਮ ਹੋਵੇ, ਜਿਸ ਕਰਕੇ ਪਰੇਸ਼ਾਨ ਰਹਿੰਦੇ ਹਨ। ਉਸ ਦਿਨ ਵੀ ਰੋਜ਼ ਦੀ ਤਰ੍ਹਾਂ ਮੇਰੇ ਪਤੀ ਨਾਸ਼ਤਾ ਕਰਕੇ ਚਲੇ ਗਏ ਸੀ। ਮਗਰੋਂ ਮੈਂ ਘਰ ਦੇ ਕੰਮ ਨਿਬੇੜੇ ਅਤੇ ਸਕੂਨ ਨਾਲ ਵਿਹਲੀ ਹੋ ਕੇ ਬੈਠ ਗਈ, ਕਿਉਂਕਿ ਹੁਣ ਮੇਰੇ ਪਤੀ ਨੇ ਰਾਤ ਨੂੰ ਹੀ ਆਉਣਾ ਸੀ। ਉਸ ਦਿਨ ਮੇਰੀ ਸੱਸ ਨੇ ਰਸੋਈ ਵਿੱਚ ਜਾ ਕੇ ਖਾਣਾ ਬਣਾਇਆ। ਉਹਨਾਂ ਨੇ ਹੀ ਮੈਨੂੰ ਕਿਹਾ ਕਿ ਤੂੰ ਜਾ ਕੇ ਰੋਹਿਤ ਨੂੰ ਦੁੱਧ ਪਿਲਾ ਦੇ। ਰੋਹਿਤ ਕੱਲ੍ਹ ਰਾਤ ਦਾ ਬਿਮਾਰ ਸੀ। ਮੈਂ ਕਮਰੇ ਵਿੱਚ ਆ ਕੇ ਆਪਣੇ ਬੱਚੇ ਦੇ ਨਾਲ ਲੇਟ ਗਈ। ਅਜੇ ਕੁਝ ਹੀ ਦੇਰ ਗੁਜ਼ਰੀ ਸੀ ਕਿ ਦਰਵਾਜ਼ੇ 'ਤੇ ਦਸਤਕ ਹੋਈ ਅਤੇ ਨਾਲ ਹੀ ਮੇਰੇ ਪਤੀ ਦੇ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਅੱਜ ਉਹ ਇੰਨੀ ਜਲਦੀ ਆ ਗਏ। ਮੈਂ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲ੍ਹਿਆ। ਇੰਨੇ 'ਚ ਮੇਰੀ ਸੱਸ ਵੀ ਬਾਹਰ ਆ ਗਈ ਅਤੇ ਤਖਤ ਪੋਸ਼ 'ਤੇ ਬੈਠ ਗਈ ਸੀ। ਉਹਨਾਂ ਨੇ ਮੇਰੇ ਪਤੀ ਨੂੰ ਜਲਦੀ ਆਉਣ ਦੀ ਵਜ੍ਹਾ ਪੁੱਛੀ ਤਾਂ ਉਹਨਾਂ ਨੇ ਕਿਹਾ, ਅੱਜ ਕੁਝ ਜ਼ਿਆਦਾ ਕੰਮ ਨਹੀਂ ਸੀ,
ਇਸੇ ਕਰਕੇ ਮੈਂ ਜਲਦੀ ਆ ਗਿਆ ਹਾਂ। ਮੈਂ ਆਪਣੇ ਬੇਟੇ ਰੋਹਿਤ ਨੂੰ ਦੁੱਧ ਪਿਲਾ ਕੇ ਰਵੀ ਦੇ ਲਈ ਖਾਣਾ ਲੈਣ ਗਈ, ਪਰ ਜਦੋਂ ਵਾਪਸ ਆਈ ਤਾਂ ਮੇਰਾ ਬੇਟਾ ਰੋਹਿਤ ਮਰ ਚੁੱਕਿਆ ਸੀ। ਮੈਂ ਇਹ ਮੰਜ਼ਰ ਦੇਖ ਨਾ ਪਾਈ ਅਤੇ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਉਦੋਂ ਸਵੇਰ ਹੋ ਗਈ ਸੀ। ਮੈਂ ਆਪਣੇ ਬੇਟੇ ਦੇ ਜਨਾਜ਼ੇ ਦੇ ਕੋਲ ਜਾਣਾ ਚਾਹਿਆ ਤਾਂ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੂੰ ਕਾਤਲ ਆਂ ਅਤੇ ਧੱਕੇ ਦੇ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਂ ਸੜਕ 'ਤੇ ਚੱਲਦੀ ਜਾ ਰਹੀ ਸੀ ਜਦੋਂ ਇੱਕ ਔਰਤ ਸੜਕ 'ਤੇ ਡਿੱਗ ਗਈ। ਉਸ ਨੂੰ ਮਦਦ ਦੀ ਜ਼ਰੂਰਤ ਸੀ। ਮੈਂ ਉਸ ਦੀ ਮਦਦ ਕੀਤੀ ਤਾਂ ਉਸਨੇ ਮੈਨੂੰ ਘਰ ਜਾਣ ਦਾ ਕਿਹਾ ਅਤੇ ਨਾਲ ਹੀ ਇਹ ਕਿਹਾ ਕਿ ਤੈਨੂੰ ਘਰ ਜਾ ਕੇ ਇੱਦਾਂ ਦੀ ਖੁਸ਼ੀ ਮਿਲੇਗੀ ਜਿਸ ਦੀ ਤੂੰ ਕਦੇ ਤਮੰਨਾ ਵੀ ਨਹੀਂ ਕੀਤੀ ਹੋਣੀ। ਜਦੋਂ ਮੈਂ ਘਰ ਵਾਪਸ ਪਹੁੰਚੀ, ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ। ਮੇਰੇ ਬੇਟੇ ਦੀ ਲਾਸ਼ ਸਾਹਮਣੇ ਨਹੀਂ ਪਈ ਸੀ। ਉਹ ਤਾਂ ਮੰਜੇ 'ਤੇ ਲੇਟ ਕੇ ਖੇਡ ਰਿਹਾ ਸੀ। ਮੁਹੱਲੇ ਵਾਲੇ ਵੀ ਹੁਣ ਇੱਥੇ ਮੌਜੂਦ ਨਹੀਂ ਸੀ। ਮੈਂ ਬੜੀ ਹੈਰਾਨ ਹੋਈ ਕਿ ਇਹ ਸਭ ਕੀ ਹੈ। ਅਜੇ ਕੁਝ ਦੇਰ ਪਹਿਲਾਂ ਤਾਂ ਇੱਥੇ ਮਾਤਮ ਸੀ, ਫਿਰ ਇਹ ਸਭ ਕੀ ਹੈ? ਮੇਰਾ ਬੇਟਾ ਵਾਪਸ ਜਿੰਦਾ ਕਿੱਦਾਂ ਹੋ ਗਿਆ? ਮੇਰੀ ਸੱਸ ਤੇ ਮੇਰਾ ਪਤੀ ਮੈਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੇ ਸੀ। ਮੈਂ ਆਪਣੇ ਬੇਟੇ ਨੂੰ ਭੱਜ ਕੇ ਚੁੱਕਿਆ ਤੇ ਪਿਆਰ ਕੀਤਾ। ਉਦੋਂ ਹੀ ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚੋਂ ਗੱਲਾਂ ਦੀ ਆਵਾਜ਼ ਆਈ। ਅੰਦਰੋਂ ਆਉਣ ਵਾਲੀਆਂ ਆਵਾਜ਼ਾਂ ਸੁਣ ਕੇ ਮੈਨੂੰ ਮੇਰੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਨੂੰ ਉਸ ਸੜਕ ਵਾਲੀ ਔਰਤ ਦੀ ਗੱਲ ਸੱਚ ਲੱਗਣ ਲੱਗ ਪਈ ਸੀ। ਮੇਰੇ ਨੱਕ ਦੇ ਥੱਲੇ ਇੰਨੀ ਵੱਡੀ ਸਾਜ਼ਿਸ਼ ਰਚਾਈ ਗਈ ਸੀ, ਪਰ ਮੈਨੂੰ ਕੰਨੋਂ ਕੰਨੀ ਖਬਰ ਨਾ ਹੋਈ। ਮੈਨੂੰ ਆਪਣੀ ਘੱਟ ਅਕਲੀ 'ਤੇ ਗੁੱਸਾ ਆ ਰਿਹਾ ਸੀ। ਮੈਂ ਕਿੱਦਾਂ ਇੱਕ ਸ਼ਖਸ ਨੂੰ ਇੰਨਾ ਵੱਡਾ ਮੌਕਾ ਦੇ ਦਿੱਤਾ ਤੇ ਉਹ ਆ ਕੇ ਮੇਰੀ ਜ਼ਿੰਦਗੀ ਨਾਲ ਖੇਡ ਗਿਆ। ਮੇਰੀ ਸੱਸ ਮੇਰੇ ਪਤੀ ਨੂੰ ਕਹਿ ਰਹੀ ਸੀ ਕਿ ਸਾਰੀ ਤਿਆਰੀ ਹੋ ਗਈ ਹੈ ਅਤੇ ਤੂੰ ਜਾ ਕੇ ਉਸ ਨੂੰ ਕਿਸੇ ਵੀ ਤਰ੍ਹਾਂ ਲੱਭ ਕੇ ਲਿਆ। ਮੇਰਾ ਪਤੀ ਬੋਲਿਆ, ਉਹ ਕਿੱਦਾਂ ਆਵੇਗੀ ਮੇਰੇ ਨਾਲ? ਤੁਸੀਂ ਤਾਂ ਉਸ ਨੂੰ ਧੱਕੇ ਦੇ ਕੇ ਘਰੋਂ ਕੱਢਿਆ। ਮੇਰੀ ਸੱਸ ਬੋਲੀ, ਉਹਦੇ ਵਿੱਚ ਇੰਨੀ ਅਕਲ ਹੈ ਨਹੀਂ। ਤੂੰ ਉਹਦੇ ਸਾਹਮਣੇ ਕੋਈ ਬਹਾਨਾ ਬਣਾ ਦੇਣਾ ਕਿ ਰੋਹਿਤ ਬੇਹੋਸ਼ ਹੋਇਆ ਸੀ। ਹੁਣ ਉਸ ਨੂੰ ਹੋਸ਼ ਆ ਗਿਆ ਹੈ। ਹੁਣ ਉਹ ਬਿਲਕੁਲ ਠੀਕ ਹੋ ਗਿਆ ਹੈ। ਤੂੰ ਕਿਸੇ ਵੀ ਕੀਮਤ ਵਿੱਚ ਉਸ ਨੂੰ ਵਾਪਸ ਲੈ ਕੇ ਆ। ਤੂੰ ਤਾਂ ਜਾਣਦਾ ਹੀ ਆ ਕਿ ਜਿਸ ਮਕਸਦ ਦੇ ਲਈ ਤੂੰ ਉਸ ਦੇ ਨਾਲ ਵਿਆਹ ਕਰਵਾਇਆ ਉਹ ਹੁਣ ਜਾ ਕੇ ਪੂਰਾ ਹੋਇਆ ਹੈ। ਹੁਣ ਉਸ ਨੂੰ ਐਦਾਂ ਨਹੀਂ ਜਾਣ ਦੇਵਾਂਗੇ। ਮੈਨੂੰ ਉਦੋਂ ਕਿੰਨੀ ਖੁਸ਼ੀ ਹੋਈ ਸੀ ਜਦੋਂ ਤੂੰ ਮੈਨੂੰ ਆ ਕੇ ਦੱਸਿਆ ਸੀ ਕਿ ਤੂੰ ਇੱਕ ਅਮੀਰ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਹੈ। ਪਰ ਮੈਨੂੰ ਕੀ ਪਤਾ ਸੀ ਕਿ ਉਸ ਦਾ ਬਾਪ ਇੰਨਾ ਸਖਤ ਸੀ। ਮੈਨੂੰ ਲੱਗਾ ਸੀ ਕਿ ਜਦੋਂ ਤੁਸੀਂ ਭੱਜ ਗਏ ਸੀ ਤਾਂ ਉਸ ਦਾ ਬਾਪ ਆਪਣੀ ਇਕਲੌਤੀ ਬੇਟੀ ਨੂੰ ਮਾफ़ ਕਰ ਦੇਵੇਗਾ, ਪਰ ਨਹੀਂ। ਉਸ ਬੁੱਢੇ ਨੇ ਸਾਰਾ ਪਲਾਨ ਖਰਾਬ ਕਰਤਾ ਅਤੇ ਆਪਣੀ ਬੇਟੀ ਨੂੰ ਆਪਣੀ ਜਾਇਦਾਦ ਵਿੱਚੋਂ ਇੱਕ ਫੁੱਟੀ ਕੌੜੀ ਵੀ ਨਾ ਦਿੱਤੀ। ਅਤੇ ਹੁਣ ਜਦੋਂ ਅਸੀਂ ਰੋਹਿਤ ਦੀ ਮੌਤ ਦਾ ਡਰਾਮਾ ਕੀਤਾ ਤੇ ਉਸ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਇਹ ਕਿਹਾ ਕਿ ਉਹ ਮਰ ਗਿਆ ਹੈ ਅਤੇ ਸਾਰਾ ਇਲਜ਼ਾਮ ਮਨੀਸ਼ਾ 'ਤੇ ਲਗਾ ਦੇਵਾਂਗੇ ਅਤੇ ਉਸ ਨੂੰ ਘਰੋਂ ਕੱਢ ਦੇਵਾਂਗੇ, ਫਿਰ ਤੂੰ ਕਿਸੇ ਹੋਰ ਅਮੀਰ ਲੜਕੀ ਨਾਲ ਵਿਆਹ ਕਰਵਾ ਲਵੇਂਗਾ ਕਿਉਂਕਿ ਉਸਦੇ ਬਾਪ ਨੇ ਤਾਂ ਇੱਕ ਫੁੱਟੀ ਕੌੜੀ ਵੀ ਨਾ ਦਿੱਤੀ। ਅਸੀਂ ਕਦੋਂ ਤੱਕ ਉਸ ਨੂੰ ਬਿਠਾ ਕੇ ਰੋਟੀਆਂ ਖਵਾਉਂਦੇ? ਮੈਂ ਇਹ ਸਭ ਸੁਣਿਆ ਤਾਂ ਮੈਨੂੰ ਤਾਂ ਆਪਣੇ ਕੰਨਾਂ 'ਤੇ ਯਕੀਨ ਹੀ ਨਹੀਂ ਹੋ ਰਿਹਾ ਸੀ। ਮੈਂ ਬਹੁਤ ਹੈਰਾਨ ਸੀ, ਪਰ ਅਗਲੀ ਗੱਲ ਸੁਣ ਕੇ ਮੈਨੂੰ ਇੱਦਾਂ ਲੱਗਿਆ ਕਿ ਜਿੱਦਾਂ ਕਿਆਮਤ ਤਾਂ ਹੁਣ ਆਈ ਹੈ। ਪਹਿਲਾਂ ਤਾਂ ਬਸ ਛੋਟੇ-ਮੋਟੇ ਝਟਕੇ ਸੀ। ਮੇਰੀ ਸੱਸ ਦੀ ਅਗਲੀ ਗੱਲ ਨੇ ਮੇਰੇ ਜਿਸਮ ਵਿੱਚੋਂ ਜਾਨ ਕੱਢ ਦਿੱਤੀ ਸੀ। ਮੈਂ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ ਸੀ। ਮੇਰੀ ਸੱਸ ਤੇ ਪਤੀ ਨੇ ਜਦੋਂ ਮੈਨੂੰ ਦੇਖਿਆ ਤਾਂ ਉਹਨਾਂ ਦੇ ਚਿਹਰੇ ਦੇ ਰੰਗ ਉੱਡ ਗਏ ਸੀ। ਮੇਰੇ ਪਤੀ ਨੇ ਮੈਨੂੰ ਚੱਕ ਕੇ ਬਿਸਤਰੇ 'ਤੇ ਲਟਾਇਆ ਅਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰਾ ਪਤੀ ਬੇਚੈਨੀ ਨਾਲ ਕਮਰੇ ਵਿੱਚ ਟਹਿਲ ਰਹੇ ਸੀ। ਮੈਂ ਤੁਰੰਤ ਉੱਠੀ ਅਤੇ ਕਿਹਾ, ਮੈਨੂੰ ਆਪਣੇ ਪਾਪਾ ਦੇ ਘਰ ਜਾਣਾ ਹੈ। ਮੈਂ ਉਸ ਦੀ ਕੋਈ ਵੀ ਗੱਲ ਸੁਣੇ ਬਿਨਾਂ ਬਾਹਰ ਨੂੰ ਭੱਜ ਆਈ। ਜਦੋਂ ਮੈਂ ਆਪਣੇ ਬਾਪ ਦੇ ਘਰ ਪਹੁੰਚੀ ਤਾਂ ਸਭ ਕੁਝ ਉੱਜੜ ਗਿਆ ਸੀ। ਮੇਰੇ ਪਾਪਾ ਦੀ ਮੌਤ ਹੋ ਗਈ ਸੀ ਅਤੇ ਮਰਨ ਤੋਂ ਪਹਿਲਾਂ ਸਾਰੀ ਜਾਇਦਾਦ ਮੇਰੇ ਨਾਮ ਕਰ ਗਏ ਸੀ। ਮੇਰੀ ਮਾਂ ਮੇਰੇ ਗਲੇ ਨਾਲ ਲੱਗ ਕੇ ਰੋਣ ਲੱਗ ਪਈ। ਇਹੀ ਹਾਲ ਮੇਰਾ ਵੀ ਸੀ। ਦਰਅਸਲ ਰਵੀ ਨੇ ਮੇਰੇ ਨਾਲ ਦੌਲਤ ਦੇ ਲਾਲਚ ਵਿੱਚ ਵਿਆਹ ਕੀਤਾ ਸੀ। ਪਹਿਲਾਂ ਤਾਂ ਸਭ ਕੁਝ ਠੀਕ ਚੱਲਦਾ ਰਿਹਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਬਾਪ ਦੇ ਵੱਲੋਂ ਉਹਨਾਂ ਨੂੰ ਕੁਝ ਨਹੀਂ ਮਿਲਣ ਵਾਲਾ ਤਾਂ ਉਦੋਂ ਉਹਨਾਂ ਦਾ ਦਿਲ ਮੇਰੇ ਵੱਲੋਂ ਖੱਟਾ ਹੋ ਗਿਆ ਸੀ। ਦੋਨੋਂ ਮਾਂ ਬੇਟਾ ਮੈਨੂੰ ਘਰੋਂ ਕੱਢਣ ਦੀ ਵਜ੍ਹਾ ਲੱਭ ਰਹੇ ਸੀ। ਜਦੋਂ ਉਹਨਾਂ ਨੂੰ ਕੋਈ ਵਜ੍ਹਾ ਨਾ ਮਿਲੀ ਤਾਂ ਉਹਨਾਂ ਨੇ ਮੇਰੇ ਬੇਟੇ ਰੋਹਿਤ ਨੂੰ ਮਾਰਨ ਦਾ ਡਰਾਮਾ ਕੀਤਾ ਅਤੇ ਮੇਰੇ ਉੱਪਰ ਇਲਜ਼ਾਮ ਲਗਾ ਕੇ ਮੈਨੂੰ ਘਰੋਂ ਕੱਢ ਦਿੱਤਾ। ਮਗਰੋਂ ਉਹਨਾਂ ਨੇ ਕਿਸੇ ਦੇ ਕੋਲੋਂ ਗੱਲ ਸੁਣੀ ਕਿ ਮੇਰੇ ਪਾਪਾ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ ਅਤੇ ਆਪਣੀ ਤਮਾਮ ਜਾਇਦਾਦ ਦਾ ਵਾਰਿਸ ਮੈਨੂੰ ਬਣਾ ਗਏ ਹਨ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤਾਂ ਉਹ ਪਾਗਲ ਹੋ ਰਹੇ ਸੀ। ਹੁਣ ਉਹ ਮੇਰੇ ਕੋਲੋਂ ਮਾफ़ੀ ਮੰਗਦੇ ਰਹੇ ਕਿ ਉਹਨਾਂ ਕੋਲੋਂ ਗਲਤੀ ਹੋ ਗਈ, ਪਰ ਮੈਂ ਫੈਸਲਾ ਕਰ ਲਿਆ ਸੀ ਹੁਣ ਮੈਂ ਇਹਨਾਂ ਨੂੰ ਮਾफ़ ਨਹੀਂ ਕਰਾਂਗੀ ਜਿਨ੍ਹਾਂ ਨੂੰ ਮੇਰੇ ਨਾਲ ਨਹੀਂ, ਮੇਰੀ ਦੌਲਤ ਨਾਲ ਪਿਆਰ ਸੀ। ਮੈਂ ਆਪਣੇ ਬੇਟੇ ਦੇ ਨਾਲ ਆਪਣੇ ਪੇਕੇ ਘਰ ਆ ਗਈ
ਅਤੇ ਆਪਣੀ ਮਾਂ ਦੇ ਨਾਲ ਆ ਕੇ ਰਹਿਣ ਲੱਗ ਪਈ। ਐਦਾਂ ਹੀ ਸਮਾਂ ਬੀਤਦਾ ਗਿਆ। ਸੁਣਨ ਵਿੱਚ ਆਇਆ ਕਿ ਰਵੀ ਦੀ ਭੈਣ ਦਾ ਤਲਾਕ ਹੋ ਗਿਆ ਅਤੇ ਉਹ ਆਪਣੇ ਪੇਕੇ ਘਰ ਆ ਕੇ ਬੈਠ ਗਈ। ਉਹਨਾਂ ਕੋਲੋਂ ਇਹ ਸਭ ਬਰਦਾਸ਼ਤ ਨਾ ਹੋਇਆ ਅਤੇ ਮੇਰੀ ਸੱਸ ਨੂੰ ਹਾਰਟ ਅਟੈਕ ਆ ਗਿਆ ਸੀ, ਜਿਨ੍ਹਾਂ ਦੀ ਹਾਲਤ ਤਰਸਯੋਗ ਸੀ। ਰਵੀ ਦੀ ਹਾਲਤ ਦੇਖ ਕੇ ਮੇਰਾ ਦਿਲ ਖੂਨ ਦੇ ਅੱਥਰੂ ਰੋਂਦਾ ਸੀ। ਭਾਵੇਂ ਉਸਨੇ ਜੋ ਵੀ ਕੀਤਾ, ਪਰ ਹੈ ਤਾਂ ਮੇਰੀ ਮੁਹੱਬਤ ਹੀ ਸੀ। ਉਸੇ ਮੁਹੱਬਤ ਦੀ ਖਾਤਰ ਅਤੇ ਆਪਣੇ ਬੱਚੇ ਦੀ ਖਾਤਰ ਮੈਂ ਉਸਨੂੰ ਮਾਫ਼ ਕਰ ਦਿੱਤਾ ਸੀ। ਮੇਰਾ ਬੇਟਾ ਵੀ ਆਪਣੇ ਬਾਪ ਦੀ ਜੁਦਾਈ ਵਿੱਚ ਅੱਧਾ ਹੋ ਗਿਆ ਸੀ। ਮੈਂ ਰਵੀ ਨਾਲ ਸੁਲ੍ਹਾ ਕਰ ਲਈ ਸੀ। ਉਸ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਉਸਨੇ ਮੇਰੇ ਨਾਲ ਬਹੁਤ ਗਲਤ ਕੀਤਾ ਸੀ। ਹੁਣ ਉਹ ਬਿਲਕੁਲ ਸੁਧਰ ਗਿਆ ਸੀ ਅਤੇ ਇੱਕ ਮੌਕਾ ਤਾਂ ਰੱਬ ਵੀ ਦੇ ਦਿੰਦਾ ਹੈ। ਮੈਂ ਤਾਂ ਫਿਰ ਵੀ ਇਨਸਾਨ ਹਾਂ। ਅੱਜ ਮੈਂ ਆਪਣੇ ਬੇਟੇ ਅਤੇ ਪਤੀ ਨਾਲ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹਾਂ। ਦੌਲਤ ਦੀ ਹਵਸ ਇਨਸਾਨ ਨੂੰ ਅੰਨ੍ਹਾ ਕਰ ਦਿੰਦੀ ਹੈ। ਉਹ ਸੰਭਲ ਤਾਂ ਜਾਂਦਾ ਹੈ, ਪਰ ਠੋਕਰ ਲੱਗਣ ਤੋਂ ਬਾਅਦ। ਆਖਿਰ ਵਿੱਚ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਰਵੀ ਨੂੰ ਮਾਫ਼ ਕਰਕੇ ਠੀਕ ਕੀਤਾ ਜਾਂ ਮੈਨੂੰ ਉਸ ਨਾਲੋਂ ਅਲੱਗ ਰਹਿਣਾ ਚਾਹੀਦਾ ਸੀ। ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।